किसान अंदोलन नाल साडियां भाईचारक साझां खराब हो रही ने, साडे पंजाब दा अर्थचारा खराब हो रहा है और असी बहुत ज़्यादा नुकसान पिछले 10-11 महीनों पंजाब दा कर चुके हैं। लोकतंत्र च वोटां नाल चुनी हुई सरकार होवे, लोकां दी चुनी हुई सरकार होवे, वो ऐसे कोई कानून नहीं लिया सकती जिहड़ी सारे दे सारे लोकां दे खिलाफ है। किसान अंदोलन है जिहड़ा ये खत्म होना चाहिए और खत्म भी इस तरीके नाल होवे जिहड़े लोग उत्थे साडे बैठे है वो खुशी मन नाल घरे वापस आउण, नहीं तो इस अंदोलन के बहुत दूरगामी सिੱਟੇ निकलने ने। अनिल जोशी जी है या केडी भंडारी जी है, केडी भंडारी जी 40 साल तो पार्टी च लगे है, अनिल जोशी जी 35 साल तो पार्टी च लगे है। होर भी जिहड़े साडे साथी किसान अंदोलन खत्म कराउण दी गल कर रहे हैं, उन्हां दा एक लंबा कैरियर। गल पार्टी के चंगे माड़े समय की नहीं, गल अज पंजाब दी है, गल अज पंजाबीयत दी है, गल अज पंजाबी दी है। मेरी जिहड़ी निष्ठा है, मेरी जिहड़ी जिम्मेवारी है, वो पंजाब की मिट्टी लई भी है। बिल्कुल पंजाब दा मैं पानी पीना, पंजाब दा मैं अन्न खाना। तो जे असीं आपदे जिहड़ी धरती च असीं जन्म लिया, धरती च पैदा किया, असीं तां भारत माता की जय कहने वाले व्यक्ति हैं। असीं तां हमेशा जिहड़ी धरती है उन्होंने मातभूमि मानते रहे हैं। जे अज मैं दी मातभूमि की गल करदा तो किदां पार्टी विरोधी गल होगी। कोई आदमी आपदा घर बार छड्ड के, छत छड्ड के उत्थे तंबू च नहीं बैठता, उन्होंने मन च कोई तो खदशा होगा, कोई तो उन्होंने बेभरोसगी हुई है ना, कोई तो उन्होंने भुलेखा हैगा ही है। किसान आगू ने वो यस नो ते अड़े हुए ने कि आने वाले समय 'ਚ ਇਹਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਨੇ। ਸਭ ਤੋਂ ਪਹਿਲਾਂ ਜਿਹੜਾ ਮੈਨੂੰ ਦਰਦ ਹੁੰਦਾ ਉਹ ਦਰਦ ਇਹ ਹੁੰਦਾ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਜੇ ਅਸੀਂ ਗੱਲਬਾਤ ਦੀ ਟੇਬਲ ਤੇ ਜਾਵਾਂਗੇ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਉਸ ਟੇਬਲ ਦਾ ਅੰਗ ਨਹੀਂ ਹੋਣੀ ਚਾਹੀਦੀ। ਕਿਸਾਨ ਖੇਤੀ ਬਿੱਲ ਰੱਦ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਅੰਦੋਲਨ ਵਿੱਚ ਸੈਂਕੜੇ ਮੌਤਾਂ ਹੋ ਚੁੱਕੀਆਂ ਨੇ, ਪਰ ਭਾਜਪਾ ਦਾ ਰਵੱਈਆ ਟਸ ਤੋਂ ਮਸ ਨਹੀਂ ਹੋ ਰਿਹਾ। ਹੱਕ 'ਚ ਬੋਲਣ ਵਾਲੇ ਭਾਜਪਾ ਲੀਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਂਦੇ ਨੇ। ਪਿਛਲੇ ਦਿਨੀ ਗੱਲ ਕਰੀਏ ਤਾਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਪਾਰਟੀ 'ਚੋਂ ਬਰਖਾਸਤ ਕੀਤਾ ਜਾਂਦਾ। ਸੋ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਭਾਜਪਾ ਦੇ ਸੀਨੀਅਰ ਨੇਤਾ, ਪੰਜਾਬ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਮੋਹਿਤ ਗੁਪਤਾ ਜੀ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ। ਸਖਤ ਸਵਾਗਤ ਹੈ ਤੁਹਾਡਾ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਸਮਰ ਨਿਊਜ਼ ਦੇ ਲੱਖਾਂ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਔਰ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਤੁਹਾਡੇ ਸਰੋਤਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਮੋਜੀ, ਕੀ ਲੱਗਦਾ ਤੁਹਾਨੂੰ ਹੁਣ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ, ਹੱਕ 'ਚ ਬੋਲਣ ਵਾਲੇ ਭਾਜਪਾ ਦੇ ਲੀਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਂਦੇ ਨੇ, ਤੁਹਾਨੂੰ ਵੀ ਨੋਟਿਸ ਜਾਰੀ ਹੋਇਆ, ਕੀ ਲੱਗਦਾ ਕੀ ਹੈ ਰਵੱਈਆ ਜਿਹੜਾ ਕਹਿ ਸਕਦੇ ਹਾਂ ਆਪਾਂ ਮੋਦੀ ਸਰਕਾਰ ਦਾ, ਸਾਰੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਦੇਖੋ, ਜੋ ਨੋਟਿਸ ਜਾਰੀ ਹੋਏ ਹੈ ਉਹ ਸਾਨੂੰ ਸਟੇਟ ਲੈਵਲ ਤੇ ਨੋਟਿਸ ਜਾਰੀ ਹੋਏ। ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਜਾ ਰਹੇ ਹਾਂ, ਬਾਰ-ਬਾਰ ਹਰ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਜਿਹੜੇ ਪੰਜਾਬ ਬੀਜੇਪੀ ਦੀ ਇਸ ਵੇਲੇ ਟੋਲੀ ਹੈ, ਬਿਲਕੁਲ ਉਹਦੇ 'ਚ ਕੁਝ ਲੋਕਾਂ ਨੂੰ ਇਹ ਕਾਲੀ ਮੱਚੀ ਹੋਈ ਹੈ ਵੀ ਕਿਸੇ ਨਾ ਕਿਸੇ ਤਰੀਕੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਪੰਜਾਬ ਨੂੰ ਪਾਰਟੀ ਨੂੰ ਸਮਰਪਿਤ ਕਾਰਿਆਕਰਤਾ ਨੇ, ਅਸੀਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਈਏ। ਬਿਲਕੁਲ। ਔਰ ਉਹ ਲੋਕ ਸਾਨੂੰ ਨੋਟਿਸ ਦਿੱਤੇ, ਅਸੀਂ ਮੈਂ ਨੋਟਿਸ ਦਾ ਜਵਾਬ ਦਿੱਤਾ। ਹੁਣ ਪਾਰਟੀ ਨੇ ਫੈਸਲਾ ਕਰਨਾ। ਜੀ, ਗਰਾਊਂਡ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਭਾਵੇਂ ਹਰਜੀਤ ਗਰੇਵਾਲ ਹੋਣ, ਲਗਾਤਾਰ ਉਹਨਾਂ ਦੇ ਕਿਸਾਨਾਂ ਪ੍ਰਤੀ ਲਗਾਤਾਰ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਗਰਾਊਂਡ ਜਿਹੜੀ ਰਿਪੋਰਟ ਹੈ ਉਹ ਸਹੀ ਨਹੀਂ ਜਾ ਰਹੀ ਸੈਂਟਰ ਤੱਕ, ਜੋ ਕੀ ਹੈ ਹਾਲੇ ਤੱਕ ਜਿਹੜੇ ਨੇ ਸੈਂਟਰ 'ਚ ਬੈਠੇ ਜੋ ਮਿਨਿਸਟਰ ਨੇ, ਜੋ ਕਿਸਾਨਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚ ਨਹੀਂ ਪਾ ਰਹੀ। ਨਹੀਂ, ਅਸੀਂ ਇਹੀ ਕਹਿ ਰਹੇ ਇੰਟਰਵਿਊ 'ਚ। ਅਸੀਂ ਤਾਂ ਹੁਣ ਵੀ ਬੇਨਤੀ ਕਰਦਾ, ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ, ਜਿਹੜੀ ਸਾਡੀ ਸੂਬੇ ਦੀ ਲੀਡਰਸ਼ਿਪ ਹੈ ਉਹਨੂੰ ਇੱਕ ਪੰਜਾਬ ਦੇ ਜਿਹੜੇ 23 ਬੰਦੇ ਚੁਣਾਵ ਲੜੇ ਸੀ, ਬਿਲਕੁਲ ਉਹਨਾਂ ਦੀ ਮੀਟਿੰਗ ਨਾਲ ਉਹਨਾਂ ਦੇ ਜਿਹੜੇ ਜ਼ਿਲ੍ਹਿਆਂ 'ਚ ਅਸੀਂ ਚੁਣਾਵ ਨਹੀਂ ਲੜਦੇ, ਜਿਵੇਂ ਉਹਦੇ 'ਚ ਸਾਡਾ ਜ਼ਿਲ੍ਹਾ ਵੀ ਹੈ, ਮਾਨਸਾ ਵੀ ਹੈ, ਸੰਗਰੂਰ ਵੀ ਹੈ, ਹੋਰ ਬਹੁਤ ਜ਼ਿਲ੍ਹੇ ਨੇ, ਉਹਨਾਂ ਦੇ ਲੋਕਾਂ ਨੂੰ ਜਿਹੜੇ ਸੀਨੀਅਰ ਲੀਡਰਸ਼ਿਪ ਹੈ, ਜਿਹਨੂੰ ਪਾਰਟੀ ਪ੍ਰਧਾਨ ਜੀ ਚਾਹੁੰਦੇ ਆ, ਉਹਨਾਂ ਨੂੰ ਬੁਲਾਉਣ, ਉਹਨਾਂ ਤੋਂ ਫੀਡਬੈਕ ਲੈਣ ਔਰ ਫੀਡਬੈਕ ਲੈ ਕੇ ਉਹਨਾਂ ਲੋਕਾਂ ਨੂੰ ਦਿੱਲੀ ਲੈ ਕੇ ਜਾਣ। ਦਿੱਲੀ ਗੱਲ ਕਰਨੀ ਚਾਹੀਦੀ ਹੈ ਵੀ ਜੀ ਸਾਡੇ ਜਿਹੜੇ ਹਾਲਾਤ ਨੇ, ਸਾਡੇ ਜਿਹੜੇ ਬੇਸਿਕ ਹਾਲਾਤ ਇਹ ਨੇ, ਔਰ ਇਸ ਹਿਸਾਬ ਨਾਲ ਕਿਸਾਨ ਜਿਹੜਾ ਮੈਂ ਤਾਂ ਤੁਹਾਨੂੰ ਇੱਕ ਹੋਰ ਵੱਡੀ ਗੱਲ ਕਹਿਣਾ ਵੀ ਜਿਹੜਾ ਇਹ ਕਿਸਾਨ ਅੰਦੋਲਨ ਹੈ, ਕੋਈ ਵੀ ਪੰਜਾਬ ਨੂੰ ਜਿਹੜਾ ਪਿਆਰ ਕਰਦਾ ਹੈ, ਜਿਹਦੇ ਮਨ 'ਚ ਰੱਤੀ ਭਰ ਵੀ ਪੰਜਾਬ ਲਈ ਪਿਆਰ ਹੈ, ਉਹ ਵਿਅਕਤੀ ਐਸਾ ਨਹੀਂ ਹੋ ਸਕਦਾ ਵੀ ਉਹਦੇ ਮਨ 'ਚ ਨਾ ਹੋਵੇ ਵੀ ਅੰਦੋਲਨ ਖਤਮ ਹੋ। ਬਿਲਕੁਲ। ਔਰ ਅਸੀਂ ਵੀ ਇਹ ਗੱਲ ਕਹਿ ਰਹੇ ਵੀ ਪੰਜਾਬ ਜਿਹੜਾ ਕਿਸਾਨ ਅੰਦੋਲਨ ਹੈ ਖਤਮ ਹੋਣਾ ਚਾਹੀਦਾ, ਕਿਉਂਕਿ ਇਸ ਕਿਸਾਨ ਅੰਦੋਲਨ ਨਾਲ ਸਾਡੀਆਂ ਭਾਈਚਾਰਕ ਸਾਂਝਾਂ ਖਰਾਬ ਹੋ ਰਹੀਆਂ ਨੇ, ਸਾਡੇ ਪੰਜਾਬ ਦਾ ਅਰਥਚਾਰਾ ਖਰਾਬ ਹੋ ਰਿਹਾ ਔਰ ਅਸੀਂ ਬਹੁਤ ਜ਼ਿਆਦਾ ਨੁਕਸਾਨ ਪਿਛਲੇ 10-11 ਮਹੀਨਿਆਂ 'ਚ ਪੰਜਾਬ ਦਾ ਕਰ ਚੁੱਕੇ ਹਾਂ।
ਤੁਹਾਨੂੰ ਲੱਗਦਾ ਕਿ ਮੋਹਿਤ ਜੀ ਤੁਸੀਂ ਵੀ ਕਿਉਂਕਿ ਲੰਬਾ ਸਮਾਂ ਸਿਆਸਤ ਵਿੱਚ ਰਹੇ ਹੋ, ਜੇ ਆਪਾਂ ਗੱਲ ਕਰੀਏ ਬਿੱਲਾਂ ਦੀ ਗੱਲ ਕਰੀਏ, ਤੁਸੀਂ ਵੀ ਬਿੱਲ ਪੜ੍ਹੇ ਹੋਣੇ ਨੇ, ਕਿਉਂਕਿ ਜਦੋਂ ਵੀ ਅਸੀਂ ਕਿਸੇ ਭਾਜਪਾ ਲੀਡਰ ਨਾਲ ਗੱਲ ਕਰਦੇ ਹਾਂ ਤਾਂ ਉਹੀ ਕਹਿੰਦਾ ਕਿ ਜਿਹੜੇ ਬਿੱਲ ਨੇ ਬਿੱਲ ਕਿਸਾਨਾਂ ਦੇ ਫਾਇਦੇ ਲਈ ਨੇ, ਪਰ ਕਿਸਾਨ ਇਸ ਨੂੰ ਮੰਨ ਕੇ ਤਿਆਰ ਨਹੀਂ ਹੈ। ਤੁਹਾਡਾ ਇੱਥੇ ਕੀ ਕਹਿਣਾ? ਦੇਖੋ ਜੀ, ਮੇਰਾ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਮੈਂ ਸ਼ੁਰੂ ਤੋਂ ਮੈਂ ਵੀ ਇਹੀ ਗੱਲ ਕਹਿ ਰਿਹਾ, ਔਰ ਜੋਸ਼ੀ ਸਾਹਿਬ ਵੀ ਇਹੀ ਗੱਲ ਕਹਿੰਦੇ ਸੀ ਕਿ ਕੋਈ ਵੀ ਸਰਕਾਰ ਜਿਹੜੀ ਲੋਕਤੰਤਰ 'ਚ ਵੋਟਾਂ ਨਾਲ ਚੁਣੀ ਵੀ ਸਰਕਾਰ ਹੋਵੇ, ਲੋਕਾਂ ਦੀ ਚੁਣੀ ਵੀ ਸਰਕਾਰ ਹੋਵੇ, ਉਹ ਐਸੇ ਕੋਈ ਕਾਨੂੰਨ ਨਹੀਂ ਲਿਆ ਸਕਦੀ ਜਿਹੜੀ ਸਾਰੇ ਦੇ ਸਾਰੇ ਉਹ ਲੋਕਾਂ ਦੇ ਖਿਲਾਫ ਹੋਣ। ਬਿਲਕੁਲ। ਜਿਹੜੇ ਕੋਈ ਵੀ ਕਾਨੂੰਨ ਬਣਦਾ ਹੈ ਉਹਦੇ 'ਚ ਕੁਝ ਚੀਜ਼ਾਂ ਚੰਗੀਆਂ ਵੀ ਹੁੰਦੀਆਂ, ਕੁਝ ਮਾੜੀਆਂ ਵੀ ਹੁੰਦੀਆਂ। ਬਿਲਕੁਲ। ਹੋਇਆ ਕੀ ਇਹਦੇ 'ਚ, ਤੁਸੀਂ ਆਪਾਂ GST ਦੀ ਗੱਲ ਕਰ ਲਈ, GST ਆਇਆ, ਉਹਦਾ ਵੀ ਵਪਾਰੀ ਜਥੇਬੰਦੀਆਂ ਨੇ, ਉਦਯੋਗਿਕ ਜਥੇਬੰਦੀਆਂ ਨੇ ਵਿਰੋਧ ਕੀਤਾ, ਔਰ ਉਹ ਅੱਜ ਸਾਨੂੰ 100 ਅਮੈਂਡਮੈਂਟਸ ਕਰਨੀਆਂ ਪਈਆਂ ਨਾ। ਬਿਲਕੁਲ। ਕੀਤੀਆਂ ਹੀ ਆ, ਸਰਕਾਰ ਹੁਣ ਵੀ ਕਰ ਰਹੀ ਹੈ। ਜਿਵੇਂ ਜਿਵੇਂ ਉਹਨਾਂ ਕੋਲੇ ਕੋਈ ਆਊਟਪੁੱਟਸ ਆਉਂਦੇ ਨੇ, ਲੋਕ ਜਾ ਕੇ ਉਹਨਾਂ ਨੂੰ ਦੱਸਦੇ ਨੇ, ਇਨਪੁੱਟਸ ਆਉਂਦੇ ਨੇ, ਉਹ ਉਸ ਹਿਸਾਬ ਨਾਲ ਅਮੈਂਡਮੈਂਟ ਕਰਦੇ ਨੇ। ਇਸੇ ਤਰੀਕੇ ਜਦੋਂ ਕਿਸਾਨ ਆਰਡੀਨੈਂਸ ਆਇਆ, ਕਿਸਾਨ ਉਸ ਤੋਂ ਬਾਅਦ ਬਿੱਲ ਬਣੇ, ਕਿਸਾਨ ਜਥੇਬੰਦੀਆਂ ਨੇ, ਕਿਸਾਨਾਂ ਨੇ ਵਿਰੋਧ ਸ਼ੁਰੂ ਕੀਤਾ, ਉਦੋਂ ਹੀ ਅਸੀਂ ਉਹਨਾਂ ਨੂੰ ਸਮਝਾਉਣ 'ਚ ਨਾ ਕਾਮਯਾਬ ਰਿਹਾ ਸਾਡਾ ਸਟੇਟ, ਕਿਉਂਕਿ ਇਹ ਜਿਹੜਾ ਅੰਦੋਲਨ ਸੀ ਪੰਜਾਬ ਤੋਂ ਸ਼ੁਰੂ ਹੋਇਆ। ਬਿਲਕੁਲ ਬਿਲਕੁਲ ਬਿਲਕੁਲ। ਔਰ ਉਦੋਂ ਕਿਸਾਨਾਂ ਦੀਆਂ ਦੋ ਕੁ ਮੰਗਾਂ ਸੀ। ਉਹ ਕਹਿੰਦੇ ਸੀ ਕਿ ਸਾਨੂੰ MSP ਦੀ ਗਰੰਟੀ ਕਰਾ ਦਿਓ ਜੀ, ਔਰ ਦੂਸਰਾ ਜਿਹੜਾ ਕੰਟਰੈਕਟ ਫਾਰਮਿੰਗ 'ਚ ਜਾਣਾ ਹੈ ਉਹਦੇ 'ਚ ਸਾਨੂੰ SDM ਤੇ DC ਦੀ ਜਗ੍ਹਾ ਸਾਨੂੰ ਸਿਵਲ ਕੋਰਟ ਦੀ। ਬਿਲਕੁਲ। ਔਰ ਉਦੋਂ ਜੇ ਸਾਡੀ ਸੂਬੇ ਦੀ ਜਿਹੜੀ ਟੋਲੀ ਬੈਠੀ ਹੈ ਲੀਡਰਸ਼ਿਪ ਦੀ, ਜੇ ਉਹਦੀ ਇਹਨੂੰ ਸੀਰੀਅਸਲੀ ਲੈ ਕੇ ਦਿੱਲੀ ਜਾ ਕੇ ਗੱਲ ਕਰਦੀ ਔਰ ਉਹ ਗੱਲ ਸਿਰੇ ਚੜ੍ਹ ਜਾਂਦੀ, ਬਿਲਕੁਲ, ਤਾਂ ਨਾ ਇਹ ਅੰਦੋਲਨ ਹਰਿਆਣੇ 'ਚ ਜਾਣਾ ਸੀ, ਨਾ ਇਹ UP 'ਚ ਜਾਣਾ ਸੀ, ਨਾ ਰਾਜਸਥਾਨ ਜਾਣਾ ਸੀ, ਨਾ ਉੱਤਰਾਖੰਡ ਜਾਣਾ ਸੀ, ਨਾ ਹੋਰ ਸਟੇਟਾਂ ਜਾਣਾ ਸੀ। ਉਦੋਂ ਜਦੋਂ ਫਿਰ ਦੂਜੀਆਂ ਸਟੇਟਾਂ ਇਨਵੋਲਵ ਹੋ ਗਈਆਂ, ਬਾਹਰੋਂ ਲੋਕ ਇਨਵੋਲਵ ਹੋ ਗਏ, ਫਿਰ ਉਹਨਾਂ ਦੇ ਇੰਟਰਸਟ ਵੀ ਉਸ 'ਚ ਆ ਗਏ, ਔਰ ਇਸ ਲਈ ਜਿਹੜਾ ਅੰਦੋਲਨ ਹੈ ਹੋਰ ਰੂਪ ਧਾਰਨ ਕਰ ਗਿਆ। ਮੈਂ ਫਿਰ ਬਾਰ-ਬਾਰ ਕਹਿਣਾ, ਕੋਈ ਕਾਨੂੰਨ ਇਹ ਨਹੀਂ ਵੀ 100 ਦੇ 100% ਕਾਨੂੰਨ ਗਲਤ ਨੇ। ਕਾਨੂੰਨਾਂ 'ਚ ਚੰਗੀਆਂ ਚੀਜ਼ਾਂ ਵੀ ਨੇ ਤੇ ਮਾੜੀਆਂ ਵੀ ਹੁੰਦੀਆਂ, ਹਰ ਕਾਨੂੰਨ 'ਚ ਹੁੰਦੀਆਂ। ਬਿਲਕੁਲ। ਹੋਇਆ ਕੀ ਇਹਦੇ 'ਚ, ਜਿਹੜੇ ਸਾਡੇ ਵਿਰੋਧੀ ਸੀ, ਉਹ ਜਿਹੜੇ ਲੋਕ ਸੀ ਥੱਲੇ, ਉਹਨਾਂ ਨੂੰ ਉਹਦੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਨੇ, ਜਿਹੜੀਆਂ ਨੁਕਸਾਨਦਾਇਕ ਕੋਈ ਚੀਜ਼ਾਂ ਹੋ ਸਕਦੀਆਂ ਨੇ, ਉਹਨਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਗਏ। ਅਸੀਂ ਨਹੀਂ ਸਮਝਾ ਸਕੇ, ਉਹਦੇ 'ਚ ਮੈਂ ਵੀ ਦੋਸ਼ੀ ਹੋ ਸਕਦਾ, ਕਿਉਂਕਿ ਮੈਂ ਵੀ ਪਾਰਟੀ ਦਾ ਇੱਕ ਅੰਗ ਹੈ। ਬਿਲਕੁਲ। ਉਹ ਇਹ ਸਾਰੀਆਂ ਚੀਜ਼ਾਂ ਇਸ ਲਈ ਹੋਈਆਂ। ਅੱਛਾ ਮੋਹਿਤ ਜੀ, ਲੱਗਦਾ ਕੀ ਹੈ ਲਗਾਤਾਰ ਜੋ ਭਾਜਪਾ ਦੇ ਲੀਡਰ ਨੇ ਉਹਨਾਂ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਕਿਸਾਨਾਂ ਦੇ ਖਿਲਾਫ, ਉਕਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਹਾ ਜਾਂਦਾ ਕਿ ਵੱਖਵਾਦੀ ਨੇ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਾਲ ਜੋੜ ਕੇ ਦੇਖਿਆ ਜਾਂਦਾ, ਕਿ ਲੱਗਦਾ ਕਿ ਇਹ ਉਕਸਾਇਆ ਜਾ ਰਿਹਾ ਕਿਸਾਨਾਂ ਨੂੰ ਜਿਹੜੇ ਉੱਥੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ? ਮੇਰਾ ਮੰਨਣਾ ਇਹ ਹੈ ਜੀ, ਕੋਈ ਵੀ ਜਿਹੜਾ ਵਿਅਕਤੀ ਹੈ, ਚਾਹੇ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਹੋਵੇ, ਜਿਹੜਾ ਸਮਾਜ ਦੇ ਖਿਲਾਫ ਗੱਲ ਕਰਦਾ ਹੈ, ਚਾਹੇ ਉਹ ਕਿਸਾਨ ਹੋਵੇ, ਚਾਹੇ ਵਪਾਰੀ ਹੋਵੇ ਜਾਂ ਮਜ਼ਦੂਰ, ਜਿਹੜਾ ਇੱਕ ਸਮਾਜ ਦੇ ਖਿਲਾਫ ਗੱਲ ਕਰਦਾ, ਨਾ ਉਹ ਕਦੇ ਆਪ ਦਾ ਫਾਇਦਾ ਕਰ ਸਕਦੇ ਹੈ, ਔਰ ਨਾ ਹੀ ਉਹ ਜਿਹੜੀ ਪਾਰਟੀ ਜਾਂ ਜਿਹੜੀ ਸੰਸਥਾ ਨੂੰ ਬਿਲੋਂਗ ਕਰਦੇ ਉਹਦਾ ਫਾਇਦਾ, ਉਹ ਦੋਨਾਂ ਦਾ ਨੁਕਸਾਨ ਕਰਦੇ ਨੇ। ਅੱਜ ਸਮਾਂ ਇਹ ਹੈ, ਸਾਨੂੰ ਇਮਾਨਦਾਰੀ ਨਾਲ ਬੈਠ ਕੇ ਇਹ ਪ੍ਰਯਾਸ ਕਰਨਾ ਚਾਹੀਦਾ, ਜਿੰਨੇ ਵੀ ਲੋਕ ਨੇ, ਮੈਂ ਇਕੱਲਾ BJP ਦੇ ਲੋਕ ਨਹੀਂ ਕਹਿੰਦਾ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਸਾਰੇ ਪੰਜਾਬ ਦੇ ਜਿਹੜੇ ਹਿੱਤ ਚਿੰਤਕ ਨੇ, ਉਹਨਾਂ ਨੂੰ ਇਹ ਪ੍ਰਯਾਸ ਕਰਨਾ ਚਾਹੀਦਾ ਵੀ ਇਹ ਕਿਸਾਨ ਅੰਦੋਲਨ ਹੈ ਜਿਹੜਾ ਇਹ ਖਤਮ ਹੋਣਾ ਚਾਹੀਦਾ, ਔਰ ਉਹ ਖਤਮ ਵੀ ਇਸ ਤਰੀਕੇ ਨਾਲ ਹੋਵੇ ਜਿਹੜੇ ਲੋਕ ਉੱਥੇ ਸਾਡੇ ਬੈਠੇ ਆ ਉਹ ਖੁਸ਼ੀ ਮਨ ਨਾਲ ਘਰੇ ਵਾਪਸ ਆਉਣ। ਨਹੀਂ ਤਾਂ ਇਸ ਅੰਦੋਲਨ ਦੇ ਬਹੁਤ ਦੂਰਗਾਮੀ ਸਿੱਟੇ ਨਿਕਲਣੇ ਨੇ ਮਾੜੇ, ਕਿਉਂਕਿ ਜਦੋਂ ਜਦੋਂ ਕੋਈ ਅੰਦੋਲਨ ਲੰਬੇ ਚਲੇ ਜਾਂਦੇ ਆ, ਜਦੋਂ ਜਦੋਂ ਕੋਈ ਜਿਹੜਾ ਸਾਡੀ ਐਜੀਟੇਸ਼ਨ ਹੈ ਉਹ ਬਹੁਤ ਲੰਬੀ ਸਮਾਂ ਚਲੀ ਜਾਂਦੀ ਹੈ, ਉਦੋਂ ਜਿਹੜੇ ਸੂਬੇ ਤੇ ਦੇਸ਼ ਨੂੰ ਉਹਦੇ ਨੁਕਸਾਨ ਝੱਲਣੇ ਪੈਂਦੇ। ਕਈ ਭਾਜਪਾ ਦੇ ਸੀਨੀਅਰ ਲੀਡਰ ਨੇ, ਉਹਨਾਂ ਦਾ ਕਹਿਣਾ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਰਹੇ ਨੇ, ਸ਼ਾਇਦ ਉਹਨਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ 'ਚ ਭਾਜਪਾ ਦੀ ਜ਼ਮੀਨ ਖਿਸਕ ਗਈ ਹੈ ਜਾਂ ਟਿਕਟ ਲੈਣ ਦੇ ਚਾਹਵਾਨ ਨੇ, ਸਿਰਫ ਉਹੀ ਬਿਆਨ ਦੇ ਰਹੇ ਨੇ। ਦੇਖੋ, ਜਿਹੜੇ ਲੋਕ ਇਹ ਗੱਲ ਕਰ ਰਹੇ ਆ, ਮੈਨੂੰ ਨਹੀਂ ਲੱਗਦਾ ਉਹ ਪੰਜਾਬ ਦੇ ਹਿੱਤ ਚਿੰਤਕ ਹੋ ਸਕਦੇ ਆ ਜਾਂ ਭਾਰਤੀ ਜਨਤਾ ਪਾਰਟੀ ਦੇ ਹਿੱਤ ਚਿੰਤਕ ਹੋ ਸਕਦੇ ਆ। ਮਨਿੰਦਰ ਜੀ, ਮੈਂ 29 ਸਾਲ ਪਹਿਲਾਂ ਪਾਰਟੀ 'ਚ ਐਕਟਿਵ ਹੋਇਆ ਸੀ, ਔਰ 29 ਸਾਲ ਪਹਿਲਾਂ ਹੀ ਮੈਂ 18 ਸਾਲ ਦਾ ਹੋਇਆ ਸੀ। ਬਿਲਕੁਲ। ਜਿਸ ਦਿਨ ਮੈਂ 18 ਸਾਲ ਦਾ ਹੋਇਆ ਸੀ, ਉਸੇ ਦਿਨ ਮੈਂ ਭਾਰਤੀ ਜਨਤਾ ਯੁਵਾ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਬਣਿਆ ਸੀ ਬਠਿੰਡੇ। ਬਿਲਕੁਲ। ਉਸ ਵੇਲੇ ਅੱਤਵਾਦ ਦਾ ਜ਼ੋਰ ਸੀ, ਔਰ ਜਿਹੜੇ ਅਨਿਲ ਜੋਸ਼ੀ ਜੀ ਹੈ ਜਾਂ KD ਭੰਡਾਰੀ ਜੀ ਹੈ, KD ਭੰਡਾਰੀ ਜੀ 40 ਸਾਲ ਤੋਂ ਪਾਰਟੀ 'ਚ ਲੱਗੇ ਹੈ। ਬਿਲਕੁਲ। ਅਨਿਲ ਜੋਸ਼ੀ ਜੀ 35 ਸਾਲ ਤੋਂ ਪਾਰਟੀ 'ਚ ਲੱਗੇ ਹੈ। ਹੋਰ ਵੀ ਜਿਹੜੇ ਸਾਡੇ ਸਾਥੀ ਕਿਸਾਨ ਅੰਦੋਲਨ ਖਤਮ ਕਰਾਉਣ ਦੀ ਗੱਲ ਕਰ ਰਹੇ ਹੈ, ਉਹਨਾਂ ਦਾ ਇੱਕ ਲੰਬਾ ਕੈਰੀਅਰ ਹੈ। ਉਹਨਾਂ ਨੇ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ। ਬਿਲਕੁਲ। ਅੱਜ ਇਹ ਗੱਲ ਕਹਿ ਦੇਣਾ ਵੀ ਪਾਰਟੀ ਦਾ ਮਾੜਾ ਸਮਾਂ, ਉਦੋਂ ਵੀ ਪਾਰਟੀ ਦਾ ਤਾਂ ਮਾੜਾ ਸਮਾਂ ਸੀ। ਬਿਲਕੁਲ।
ਹੁਣ ਤਾਂ ਸਾਡੀ ਸੈਂਟਰ 'ਚ ਵੀ ਸਰਕਾਰ ਹੈ। ਜਿਹੜੇ ਲੋਕ ਇਹ ਕਹਿ ਰਹੇ ਵੀ ਅੱਜ ਪਾਰਟੀ ਦਾ ਮਾੜਾ ਸਮਾਂ, ਉਹਨਾਂ ਨੂੰ ਸੋਚਣਾ ਚਾਹੀਦਾ ਸਾਡੀ ਕੇਂਦਰ 'ਚ ਸਰਕਾਰ ਹੈ, ਪਾਰਟੀ ਦਾ ਮਾੜਾ ਸਮਾਂ ਨਹੀਂ। ਲਗਭਗ ਅੱਧੇ ਤੋਂ ਜ਼ਿਆਦਾ ਸੂਬਿਆਂ 'ਚ ਸਾਡੀ ਸਰਕਾਰ ਹੈ। ਬਿਲਕੁਲ ਗੱਲ ਪਾਰਟੀ ਦੇ ਚੰਗੇ ਮਾੜੇ ਸਮੇਂ ਦੀ ਨਹੀਂ, ਗੱਲ ਅੱਜ ਪੰਜਾਬ ਦੀ ਹੈ, ਗੱਲ ਅੱਜ ਪੰਜਾਬੀਅਤ ਦੀ ਹੈ, ਗੱਲ ਅੱਜ ਪੰਜਾਬੀ ਦੀ ਹੈ। ਅਸੀਂ ਜਿਹੜੀ ਮੈਂ ਬਾਰ-ਬਾਰ ਕਹਿਣਾ, ਜੇ ਮੈਂ 29 ਸਾਲ ਮੇਰੀ ਨਿਸ਼ਠਾ ਭਾਰਤੀ ਜਨਤਾ ਪਾਰਟੀ ਲਈ ਹੈ, 29 ਸਾਲ ਤੋਂ ਮੈਂ ਵਿਚਾਰਕ ਧਾਰਕ ਨਿਸ਼ਠਾ ਜਿਹੜੀ ਮੇਰੀ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਹੈ। ਮੈਂ ਪਾਰਟੀ ਦਾ ਜ਼ਿੰਮੇਵਾਰ ਕਾਰਿਆ ਕਰਤਾ, ਉਹਦੇ ਨਾਲ ਨਾਲ ਮੇਰੀ ਜਿਹੜੀ ਨਿਸ਼ਠਾ ਹੈ, ਮੇਰੀ ਜਿਹੜੀ ਜ਼ਿੰਮੇਵਾਰੀ ਹੈ, ਉਹ ਪੰਜਾਬ ਦੀ ਮਿੱਟੀ ਲਈ ਵੀ ਹੈ। ਬਿਲਕੁਲ ਪੰਜਾਬ ਦਾ ਮੈਂ ਪਾਣੀ ਪੀਣਾ, ਪੰਜਾਬ ਦਾ ਮੈਂ ਅੰਨ ਖਾਣਾ। ਅਤੇ ਜੇ ਅਸੀਂ ਆਪਦੇ ਜਿਹੜੀ ਧਰਤੀ 'ਚ ਅਸੀਂ ਜਨਮ ਲਿਆ, ਧਰਤੀ 'ਚ ਪੈਦਾ ਕੀਤਾ, ਅਸੀਂ ਤਾਂ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਵਿਅਕਤੀ ਹੈ। ਅਸੀਂ ਤਾਂ ਹਮੇਸ਼ਾ ਜਿਹੜੀ ਧਰਤੀ ਹੈ ਉਹਨੂੰ ਮਾਤ ਭੂਮੀ ਮੰਨਦੇ ਰਹੇ ਹਾਂ। ਜੇ ਅੱਜ ਮੈਂ ਦੀ ਮਾਤ ਭੂਮੀ ਦੀ ਗੱਲ ਕਰਦਾ ਤਾਂ ਕਿੱਦਾਂ ਪਾਰਟੀ ਵਿਰੋਧੀ ਗੱਲ ਹੋ ਗਈ। ਮੋਹਿਤ ਜੀ, ਜੇ ਆਪਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ, ਕਿਉਂਕਿ 6 ਮਹੀਨਾ ਰਹਿ ਗਿਆ ਚੋਣਾਂ ਨੂੰ ਰਹਿ ਗਿਆ, ਭਾਜਪਾ ਵੱਲੋਂ ਲਗਾਤਾਰ ਦਾਅਵਾ ਵੀ ਕੀਤਾ ਜਾਂਦਾ ਕਿ 117 ਵਿਧਾਨ ਸਭਾ 'ਤੇ ਅਸੀਂ ਚੋਣ ਲੜਨੀ ਹੈ, ਜਿੱਤ ਦੇ ਦਾਅਵੇ ਕੀਤੇ ਜਾਂਦੇ ਨੇ। ਅਗਲੀ ਤਸਵੀਰ ਫਿਰ ਕਿਹੋ ਜਿਹੀ ਹੋ ਸਕਦੀ ਹੈ, ਕਿਉਂਕਿ ਲਗਾਤਾਰ ਜਿਹੜਾ ਹੁਣ ਭਾਜਪਾ ਲੀਡਰਾਂ ਦਾ ਲਗਾਤਾਰ ਖਾਸ ਕਰਕੇ ਜੇ ਗੱਲ ਕਰੀਏ ਪਿੰਡਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਦੇਖੋ ਮਨਿੰਦਰ ਜੀ, ਜਿਹੜੀ ਤੁਸੀਂ 2022 ਦੇ ਚੁਣਾਵ ਦੀ ਗੱਲ ਕਰਦੇ, ਜਿਹੜੇ ਚੁਣਾਵ ਹੁੰਦੇ ਹਨ, ਚੁਣਾਵ ਜੋਸ਼ ਨਾਲ ਜਿੱਤੇ ਜਾਂਦੇ, ਚੁਣਾਵ ਜੋਸ਼ ਨਾਲ ਲੜੇ ਜਾਂਦੇ। ਅੱਜ ਜਿਹੜਾ ਜਨਮਾਨਸ ਹੈ ਪੰਜਾਬ ਦਾ ਆਮ ਨਾਗਰਿਕ ਹੈ, ਉਹ ਤੁਸੀਂ ਆਪ ਕਹਿ ਰਹੇ ਹੋ ਵੀ ਉਹ ਸਾਡਾ ਪਿੰਡਾਂ 'ਚ ਵਿਰੋਧ ਕਰ ਰਿਹਾ। ਬਿਲਕੁਲ ਦੇਖੋ, ਅਸੀਂ ਇਸੇ ਲਈ ਕਹਿ ਰਹੇ ਨਾ ਵੀ ਜਿਹੜੇ ਕਿਸਾਨ ਅੰਦੋਲਨ ਹੈ, ਜਦੋਂ ਤੱਕ ਇਹ ਖਤਮ ਨਹੀਂ ਹੁੰਦਾ, ਲੋਕਾਂ ਦੇ ਮਨ 'ਚ ਇੱਕ ਪੀੜਾ ਹੈ ਵੀ 11 ਮਹੀਨਿਆਂ ਤੋਂ ਲੋਕ ਸੜਕ ਤੇ ਬੈਠੇ ਨੇ, 3 ਮਹੀਨੇ ਪੰਜਾਬ 'ਚ ਬੈਠੇ ਰਹੇ, 8 ਮਹੀਨੇ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ, ਔਰ ਉਹਨਾਂ ਦੀ ਪੀੜਾ ਕਿਤੇ ਨਾ ਕਿਤੇ ਸਾਨੂੰ ਜਾਇਜ਼ ਵੀ ਲੱਗਦੀ ਹੈ। ਕਿਉਂਕਿ ਕੋਈ ਆਦਮੀ ਆਪਦਾ ਘਰ-ਬਾਰ ਛੱਡ ਕੇ, ਛੱਤ ਛੱਡ ਕੇ ਉੱਥੇ ਤੰਬੂ 'ਚ ਨਹੀਂ ਬੈਠਦਾ। ਉਹਨਾਂ ਦੇ ਮਨ 'ਚ ਕੋਈ ਤਾਂ ਖਦਸ਼ਾ ਹੋਊਗਾ, ਕੋਈ ਤਾਂ ਉਹਨਾਂ ਨੂੰ ਬੇਭਰੋਸਗੀ ਹੋਈ ਹੈ ਨਾ, ਕੋਈ ਤਾਂ ਉਹਨਾਂ ਨੂੰ ਭੁਲੇਖਾ ਹੈਗਾ ਹੀ ਹੈ। ਮੈਂ ਬਾਰ-ਬਾਰ ਇੰਟਰਵਿਊ 'ਚ ਇਹ ਗੱਲ ਕਹਿਣਾ, ਬਾਰ-ਬਾਰ ਜਿੱਥੇ ਵੀ ਮੇਰੀ ਗੱਲ, ਇਕੱਲੇ ਇੰਟਰਵਿਊ 'ਚ ਨਹੀਂ, ਜੇ ਮੇਰੀ ਪਾਰਟੀ ਪਲੇਟਫਾਰਮ 'ਤੇ ਵੀ ਕਿਤੇ ਗੱਲ ਹੁੰਦੀ ਹੈ, ਮੈਂ ਕਹਿਣਾ ਵੀ ਸਭ ਤੋਂ ਪਹਿਲਾਂ ਸਾਨੂੰ ਜਿਹੜੇ ਕਿਸਾਨ ਹੈ ਜਾਂ ਜਿਹੜੇ ਉੱਥੇ ਅੰਦੋਲਨ 'ਚ, ਚਾਹੇ ਉਹ ਕਿਸਾਨ ਹੈ ਚਾਹੇ ਵਪਾਰੀ, ਕੋਈ ਵੀ ਬੈਠਾ, ਸਾਨੂੰ ਉਹਨਾਂ ਦਾ ਭਰੋਸਾ ਜਿੱਤਣਾ ਚਾਹੀਦਾ। ਸਾਨੂੰ ਉਹਨਾਂ ਦੇ ਜਿਹੜੇ ਮਨਾਂ 'ਚ ਭੁਲੇਖੇ ਆ, ਮਨ 'ਚ ਕੋਈ ਖਦਸ਼ੇ ਆ, ਦੂਰ ਕਰਨੇ ਚਾਹੀਦੇ ਆ। ਕਿਉਂਕਿ ਜਿਹੜੇ ਖਦਸ਼ੇ ਆ ਉਹੀ ਉਹਨਾਂ ਨੂੰ ਮੀਂਹ 'ਚ ਵੀ ਬਿਠਾਈ ਰੱਖਿਆ, ਉਹੀ ਉਹ ਖਦਸ਼ਿਆਂ ਨੇ ਉਹਨਾਂ ਨੂੰ ਹਨੇਰੀ 'ਚ ਵੀ ਬਿਠਾਈ ਰੱਖਿਆ, ਉਹੀ ਖਦਸ਼ਿਆਂ ਨੇ ਉਹਨਾਂ ਨੂੰ ਤੂਫਾਨ 'ਚ ਵੀ ਬਿਠਾਈ ਰੱਖਿਆ, ਉਹੀ ਖਦਸ਼ਿਆਂ ਨੇ ਉਹਨਾਂ ਨੂੰ ਗਰਮੀ 'ਚ ਵੀ ਬਿਠਾਈ ਰੱਖਿਆ, ਉਹੀ ਖਦਸ਼ਿਆਂ ਨੇ ਉਹਨਾਂ ਨੂੰ ਸਰਦੀ 'ਚ ਵੀ ਬਿਠਾਈ ਰੱਖਿਆ। ਜਦੋਂ ਉਹਨਾਂ ਦੇ ਮਨ 'ਚੋਂ ਖਦਸ਼ੇ ਦੂਰ ਹੋ ਜਾਣਗੇ ਤਾਂ ਆਪਣੇ ਆਪ ਹੈ ਜਿਹੜਾ ਅੰਦੋਲਨ ਖਤਮ ਹੋਊਗਾ। ਔਰ ਉਹਦੇ ਲਈ ਸਾਨੂੰ ਇੱਕ ਪ੍ਰਯਾਸ ਕਰਨਾ ਚਾਹੀਦਾ। ਅਸੀਂ ਕੀ ਹੁੰਦਾ, ਕੋਈ ਵੀ ਆਪਣਾ ਮਸਲਾ ਹੋ ਗਿਆ, ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਦੂਜਾ ਨਹੀਂ ਸਮਝਦਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੋਨਾਂ ਚੀਜ਼ਾਂ 'ਚ ਗੈਪ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਮੈਂ ਹਰ ਜਗ੍ਹਾ ਅਪੀਲ ਕਰਦਾ ਕਿ ਜਿਹੜਾ ਗੱਲਬਾਤ ਦਾ ਡੈਡਲੌਕ ਟੁੱਟਾ, ਉਹਨੂੰ ਆਪਾਂ ਟੇਬਲ 'ਤੇ ਲੈ ਕੇ ਆਈਏ। ਦੁਬਾਰਾ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਜੋ ਗੱਲਬਾਤ ਸੁਣ ਕੇ ਇਹਨਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜਿਹੜਾ ਕਿਸਾਨੀ ਅੰਦੋਲਨ ਹੈ, ਜੇ ਹੱਲ ਨਹੀਂ ਹੁੰਦਾ ਤਾਂ ਸਾਡਾ ਜਿਹੜਾ ਭਾਈਚਾਰਕ ਸਾਂਝ ਨੂੰ ਬਹੁਤ ਵੱਡਾ ਨੁਕਸਾਨ ਹੋਣਾ। ਉਹ ਤੇ ਸਿੱਟਾ ਕਿ ਨਿਕਲੂਗਾ, ਕਿਉਂਕਿ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚੱਲਿਆ। ਸਰਕਾਰ ਕਹਿੰਦੀ ਅਸੀਂ ਅਮੈਂਡਮੈਂਟ ਕਰ ਦਿੰਦੇ ਆ ਬਿੱਲਾਂ ਦੇ ਵਿੱਚ, ਪਰ ਜਿਹੜੇ ਕਿਸਾਨ ਆਗੂ ਨੇ ਉਹ ਯੈਸ ਨੋ ਤੇ ਅੜੇ ਹੋਏ ਨੇ। ਕੀ ਆਉਣ ਵਾਲੇ ਸਮੇਂ 'ਚ ਇਹਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਨੇ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ, ਦੇਖੋ ਪ੍ਰਮਾਤਮਾ ਕਰੇ ਕੋਈ ਮਾੜਾ ਸਮਾਂ ਨਾ ਆਵੇ, ਕੋਈ ਬੰਦਾ ਨਹੀਂ ਚਾਹੁੰਦਾ, ਕਿਉਂਕਿ ਅਸੀਂ ਤਾਂ 20 ਸਾਲ ਚੱਲੇ ਆ। ਬਿਲਕੁਲ, ਜਦੋਂ ਸਾਡਾ ਜਨਮ ਹੋਇਆ ਉਸ ਵੇਲੇ ਤੋਂ ਲੈ ਕੇ ਜਿਹੜੀ ਸਾਡੀ ਬਚਪਨ ਸੀ ਉਹ ਤਾਂ ਸਾਰਾ ਇਸ ਗੱਲ 'ਚ ਹੀ ਚਲਾ ਗਿਆ। ਜਵਾਨੀ ਦੀ ਦਹਿਲੀਜ਼ ਤੱਕ ਸਾਡਾ ਪੰਜਾਬ ਨੇ ਕਾਲਾ ਦੌਰ ਦੇਖਿਆ। ਅੱਜ ਉਹ ਕਾਲੇ ਦੌਰ ਦੇ ਕੀ ਸਿੱਟੇ ਨੇ? ਅੱਜ ਸਾਡੀ ਆਰਥਿਕਤਾ ਨੂੰ ਜਿਹੜੀ ਸੱਟ ਲੱਗੀ ਹੈ ਉਹ 20 ਸਾਲਾਂ ਕਾਰਨ ਲੱਗੀ ਹੈ। ਅੱਜ ਸਾਡੇ ਕੋਈ ਨਵੀਂ ਇੰਡਸਟਰੀ ਬਹੁਤ ਵੱਡੀ ਨਹੀਂ ਆ ਰਹੀ, ਅਸੀਂ ਸਾਡਾ ਵਪਾਰ ਬਹੁਤ ਨਹੀਂ ਵੱਧ ਰਿਹਾ, ਔਰ ਉਹਦੇ ਕਰਕੇ ਬੇਰੁਜ਼ਗਾਰੀ ਵਧੀ ਹੈ। ਜੇ ਕਿਤੇ ਹਾਲਾਤ ਦੁਬਾਰਾ ਖਰਾਬ ਹੋ ਗਏ, ਸਾਡਾ ਐਡਾ ਨੁਕਸਾਨ ਹੋਣਾ ਸੋਚਿਆ ਵੀ ਨਹੀਂ ਜਾ ਸਕਦਾ। ਅੱਜ ਜਿਹੜਾ ਹਰਿਆਣਾ ਹੈ, ਸਾਡਾ ਗੁਆਂਢੀ ਸੂਬਾ ਹੈ, ਉਹਦੀ ਜਿਹੜੀ ਆਮਦਨ ਹੈ ਸੂਬੇ ਦੀ ਸਾਡੇ ਨਾਲੋਂ 3 ਗੁਣਾ ਜ਼ਿਆਦਾ ਹੈ। ਬਿਲਕੁਲ, ਇਸੇ ਕਰਕੇ ਉਹਨਾਂ ਦੀ ਜਿਹੜੀ ਆਰਥਿਕਤਾ ਹੈ ਉਹ ਮਜ਼ਬੂਤ ਹੈ। ਸਾਡੀ ਆਰਥਿਕਤਾ ਅੱਜ ਸਾਡੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਨੂੰ ਸੋਚਣਾ ਚਾਹੀਦਾ। ਔਰ ਮੈਂ ਅੱਜ ਵੀ ਕਹਿਣਾ, ਸਭ ਤੋਂ ਪਹਿਲਾਂ ਜਿਹੜਾ ਮੈਨੂੰ ਦਰਦ ਹੁੰਦਾ ਹੈ ਉਹ ਦਰਦ ਇਹ ਹੁੰਦਾ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਵੀ ਜੇ ਅਸੀਂ ਗੱਲਬਾਤ ਦੀ ਟੇਬਲ 'ਤੇ ਜਾਵਾਂਗੇ ਤਾਂ ਭਾਰਤੀ ਜਨਤਾ ਪਾਰਟੀ ਪੰਜਾਬ ਉਸ ਟੇਬਲ ਦਾ ਅੰਗ ਨਹੀਂ ਹੋਣੀ ਚਾਹੀਦੀ। ਅਸੀਂ ਪੰਜਾਬ ਦੇ ਲੋਕ ਹਾਂ। ਉਹ ਕਿਉਂ ਕਹਿ ਰਹੇ ਆ? ਕਿਉਂਕਿ ਉਹਨਾਂ ਨੇ ਸਾਡੇ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ।
ਉਹ ਸਾਡੇ ਤੇ ਭਰੋਸਾ ਨਹੀਂ ਕਰ ਰਹੇ। ਮੈਂ ਸਾਡੀ ਸੂਬੇ ਦੀ ਲੀਡਰਸ਼ਿਪ ਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਦਾ ਭਰੋਸਾ ਜਿੱਤਣਾ ਚਾਹੀਦਾ, ਸਾਨੂੰ ਉਹਨਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ। ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕਰੀ, ਇਲੈਕਸ਼ਨ 'ਚ ਵੀ ਜਿੱਤਣਾ ਜਾਣਾ ਹੈ ਅਸੀਂ, ਇਲੈਕਸ਼ਨ 'ਚ ਜਿੱਤਣ ਲਈ ਵੀ ਇਲੈਕਸ਼ਨ 'ਚ ਜਾਣਾ, ਅਸੀਂ ਲੋਕਾਂ ਕੋਲੇ ਜਾਵਾਂਗੇ, ਉੱਥੇ ਵੀ ਸਾਨੂੰ ਉਹਨਾਂ ਦਾ ਭਰੋਸਾ ਹੀ ਜਿੱਤਣਾ ਪਊ ਨਾ। ਵੋਟ ਕੀ ਹੁੰਦੀ ਹੈ? ਵੋਟ ਭਰੋਸਾ ਹੀ ਹੁੰਦਾ ਨਾ। ਤਾਂ ਉਹ ਵੀ ਉਦੋਂ ਵੀ ਸਾਨੂੰ ਜਿੱਤਣਾ ਪਊ। ਅੱਜ ਵੀ ਸਾਨੂੰ ਜਿਹੜੇ ਸਾਰੇ ਪ੍ਰਯਾਸ ਹੈ ਉਹ ਇਸ ਗੱਲ ਲਈ ਕਰਨੇ ਚਾਹੀਦੇ ਨੇ ਕਿ ਅਸੀਂ ਜਿਹੜੇ ਲੋਕ ਨੇ ਉਹਨਾਂ ਦਾ ਭਰੋਸਾ ਤੇ ਵਿਸ਼ਵਾਸ ਜਿੱਤ ਸਕੀਏ। ਉਹ ਇਹ ਗੱਲ ਕਹਿਣ ਵੀ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਨਿਟ ਵਿੱਚ ਬਹਿ ਕੇ ਸਾਡੀ ਗੱਲ ਕਰਾਵੇ। ਬਿਲਕੁਲ ਮੋਜੀ, ਆਪਾਂ ਇਹਨਾਂ ਨੂੰ ਹਿਟਲਰਸ਼ਾਹੀ ਰਵੱਈਆ ਕਹਿ ਸਕਦੇ ਹਾਂ, ਕਿਉਂਕਿ ਹੰਡਾਇਆ ਕਿਸਾਨਾਂ ਨੇ। ਜਦੋਂ ਕਿਸਾਨ ਤੁਰਦੇ ਨੇ ਪਾਣੀ ਦੀਆਂ ਬੁਛਾੜਾਂ ਸਹਿੰਦੇ ਨੇ, ਫਿਰ ਆਂਸੂ ਗੈਸ ਦੇ ਗੋਲੇ, ਫਿਰ ਉਹਨਾਂ ਨੇ ਸਰਦੀ, ਹੁਣ ਬਾਰਿਸ਼ ਦਾ ਮੌਸਮ ਹੈ, ਉੱਥੇ ਮੌਨਸੂਨ ਹੈ, ਹੰਡਾ ਰਹੇ ਨੇ। ਕੀ ਇਹ ਜਿਹੜੀਆਂ ਗਰਾਊਂਡ ਰਿਪੋਰਟਾਂ, ਕਿਉਂਕਿ CID ਵੀ ਹੈ ਜੋ ਲਗਾਤਾਰ ਰਿਪੋਰਟਾਂ ਪਹੁੰਚਾ ਰਹੀ ਹੈ PM ਹਾਊਸ ਤੱਕ, ਕੀ ਲੱਗਦਾ ਕਿ ਸਿੱਧੇ ਤੌਰ 'ਤੇ ਹਿਟਲਰਸ਼ਾਹੀ ਰਵੱਈਆ ਹੋ ਸਕਦਾ ਇਹ? ਨਹੀਂ, ਹਿਟਲਰਸ਼ਾਹੀ ਰਵੱਈਆ ਨਹੀਂ। ਦੇਖੋ, ਜਿਹੜੇ ਮੋਦੀ ਜੀ ਦਾ ਹੈ, ਮੋਦੀ ਜੀ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ। ਹਿਟਲਰ ਇੱਕ ਡਿਕਟੇਟਰਸ਼ਾਹੀ ਸੀ, ਮੋਦੀ ਜੀ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ। ਪਰ ਗੱਲ ਉੱਥੇ ਹੈ ਨਾ ਮੋਦੀ ਜੀ, ਕਿਉਂਕਿ ਆਵਾਮ ਨਹੀਂ ਖੁਸ਼। 7 ਸਾਲ 'ਚ ਉਹਨਾਂ ਨੇ ਬਹੁਤ ਅੱਛੇ ਕੰਮ ਦੇਸ਼ ਲਈ ਕੀਤੇ ਨੇ, ਬਹੁਤ ਚੰਗੇ ਕੰਮ ਕੀਤੇ ਨੇ। ਚਾਹੇ ਉਜਵਲਾ ਯੋਜਨਾ 'ਚ ਕਨੈਕਸ਼ਨ ਦੇਣ ਦੀ ਗੱਲ ਹੋਵੇ, ਜਨਧਨ ਯੋਜਨਾ ਹੋਵੇ, ਬਹੁਤ। ਜਦੋਂ ਕੋਈ ਵੀ ਸਰਕਾਰ ਮਨਿੰਦਰ ਜੀ ਕੰਮ ਕਰਦੀ ਹੈ, ਉਹ ਤੋਂ ਕੋਈ ਕਮੀਆਂ ਵੀ ਨਹੀਂ। ਜਦੋਂ ਅੰਦੋਲਨ ਚੱਲਦਾ ਹੈ, ਅੰਦੋਲਨ 'ਚ ਵੀ ਕੁਝ ਕਮੀਆਂ ਹੋਣਗੀਆਂ, ਕਿਉਂਕਿ ਜਦੋਂ ਐਡਾ ਵੱਡਾ ਅੰਦੋਲਨ ਹੈ, ਐਡੇ ਵੱਡੇ ਅੰਦੋਲਨ 'ਚ ਕੁਝ ਲੋਕ ਗਲਤ ਵੀ ਆ ਜਾਂਦੇ ਆ। ਪਰ ਮੈਂ ਅੱਜ ਵੀ ਇੱਕ ਗੱਲ ਦੀ ਤੁਹਾਡੇ ਮਾਧਿਅਮ ਰਾਹੀਂ ਸਲਾਮ ਕਰਦਾ, ਜਿਹੜੀ ਉੱਥੇ ਜਥੇਬੰਦੀਆਂ ਬੈਠੀਆਂ, ਜਥੇਬੰਦੀਆਂ ਦੇ ਲੀਡਰਸ਼ਿਪ ਨੇ ਕਦੇ ਵੀ ਅਰਾਜਕਤਾ ਨੂੰ ਥਾਪੀ ਨਹੀਂ ਦਿੱਤੀ। ਬਿਲਕੁਲ ਠੀਕ। ਕਦੇ ਵੀ ਉਹਨਾਂ ਨੇ ਜਿਹੜੇ ਬੰਦੇ ਜਾ ਕੇ ਕੋਈ ਤੋੜ ਭੰਨ ਕਰਦੇ ਆ ਜਾਂ ਜਿਹੜੇ ਕੋਈ, ਉਹਨਾਂ ਨੂੰ ਥਾਪੀ ਨਹੀਂ ਦਿੱਤੀ, ਉਹਨਾਂ ਦਾ ਵਿਰੋਧ ਕੀਤਾ। ਔਰ ਉਹਨਾਂ ਨੇ ਇੱਕ ਚੀਜ਼ ਉਹਨਾਂ ਤੋਂ ਸਿੱਖਣ ਵਾਲੀ ਹੈ, ਉਹਨਾਂ ਨੇ 8-9 ਮਹੀਨੇ ਇੰਨੇ ਲੋਕਾਂ ਨੂੰ ਸਾਂਭ ਕੇ ਰੱਖਿਆ। ਅੰਦੋਲਨ ਬਹੁਤ ਤਰਤੀਬ ਬਾਈ ਚਲਾਇਆ। ਬਿਲਕੁਲ। ਜਿੱਥੇ ਜਿੱਥੇ ਜਦੋਂ ਮੰਨ ਲਓ 26 ਜਨਵਰੀ ਦੀ ਘਟਨਾ ਹੈ, ਉਹਦੇ ਨਾਲ ਅੰਦੋਲਨ ਨੂੰ ਵੀ ਢਾਹ ਲੱਗੀ ਹੈ, ਦੇਸ਼ ਦੀ ਦੇਖਣ ਨੂੰ ਵੀ ਢਾਹ ਲੱਗੀ ਹੈ। ਇਹ ਸਾਰੀਆਂ ਚੀਜ਼ਾਂ ਮੈਂ ਬਾਰ-ਬਾਰ ਕਿਉਂ ਕਹਿ ਰਿਹਾ ਵੀ ਸਾਨੂੰ ਇਹ ਕਿਸੇ ਵੀ ਤਰੀਕੇ ਅੰਦੋਲਨ, ਸਾਡੇ ਉਹ ਭਰਾ ਨੇ ਜਿਹੜੇ ਉੱਥੇ ਬੈਠੇ ਨੇ। ਅੱਜ ਮੰਨ ਲਓ ਮੈਂ BJP ਦਾ ਲੀਡਰ ਹੋ ਸਕਦਾ, ਮੇਰਾ ਇੱਕ ਭਰਾ ਕਾਂਗਰਸ 'ਚ ਹੋ ਸਕਦਾ। ਜਿਹੜੇ ਉੱਥੇ ਕਿਸਾਨ ਬੈਠੇ ਨੇ, ਉਹ ਸਾਡਾ ਕੋਈ ਚਾਚਾ ਹੋਊਗਾ, ਕੋਈ ਤਾਇਆ ਹੋਊਗਾ, ਕੋਈ ਭਰਾ ਲੱਗਦਾ ਹੋਊ, ਸਾਡੇ ਹੀ ਨੇ ਨਾ ਸਾਰੇ। ਉਹ ਸਾਡੇ ਨਾਲੋਂ ਕੁਝ ਬੰਦੇ ਮੈਂ ਜਾਣਦਾ, ਉਹ ਕੁਝ ਬੰਦੇ 1 ਸਾਲ ਪਹਿਲਾਂ ਤੱਕ ਸਾਡੀਆਂ ਰੈਲੀਆਂ 'ਚ ਵੀ ਜਾਂਦੇ ਰਹੇ, ਸਾਡੇ ਨਾਲ ਧਰਨਿਆਂ 'ਚ ਵੀ ਜਾਂਦੇ ਰਹੇ, ਉਹ ਸਾਡੇ ਭਰਾ ਹੀ ਨੇ ਨਾ। ਅਸੀਂ ਉਹਨਾਂ ਦਾ ਸਭ ਤੋਂ ਪਹਿਲਾਂ ਭਰੋਸਾ ਜਿੱਤ ਕੇ ਉਹਨਾਂ ਨੂੰ ਜਿਹੜੇ ਕੋਈ ਭੁਲੇਖਾ ਕੱਢਣ ਦੀ ਲੋੜ ਹੈ। ਔਰ ਜੇ ਉਹਨਾਂ ਦਾ ਭੁਲੇਖਾ ਇੱਕ ਵਾਰ ਮੰਨ ਲਓ ਕਾਨੂੰਨ ਵਾਪਸ ਲੈ ਕੇ ਨਿਕਲਦਾ, ਇੱਕ ਵਾਰ ਕਾਨੂੰਨ ਵਾਪਸ ਲੈ ਕੇ ਉਹਨਾਂ ਨੂੰ ਵਿੱਚ ਪਾ ਕੇ ਨਵੇਂ ਬਣਾ ਲੈਣ। 2 ਸਾਲ ਲਈ ਸਰਕਾਰ ਐਗਰੀ ਕਰਦੀ ਸੀ ਵੀ ਅਸੀਂ ਲਾਗੂ ਨਹੀਂ ਕਰਦੇ। 2 ਸਾਲ ਉਹ ਕਹਿੰਦੇ ਨੇ ਅਸੀਂ ਵਾਪਸ ਲੈ ਲਏ, ਭਾਈ ਤੁਸੀਂ ਆ ਜਾਓ, ਜਿਹੜੀਆਂ ਚ ਅਮੈਂਡਮੈਂਟਸ ਤੁਸੀਂ ਚਾਹੁੰਦੇ ਉਹਨੂੰ ਬਣਾ ਕੇ ਨੂੰ ਆਪਾਂ ਲਾਗੂ ਕਰ ਦਈਏ। ਔਰ ਕਿਸਾਨਾਂ ਨੂੰ ਵੀ ਮੈਨੂੰ ਲੱਗਦਾ ਇਸ ਗੱਲ 'ਚ ਸਹਿਯੋਗ ਕਰਨਾ ਚਾਹੀਦਾ। ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਫਰਾਕ ਦਿਲੀ ਨਾਲ ਇਸ ਗੱਲ ਤੇ ਕਿਸੇ ਦੀ ਜਿੱਤ ਹਾਰ ਦਾ ਮਸਲਾ ਨਹੀਂ ਬਣਾਉਣਾ ਚਾਹੀਦਾ। ਇਹ ਜਿਹੜਾ ਅੱਜ ਮਸਲਾ ਹੈ, ਇਹ ਕਿਸੇ ਦੀ ਜਿੱਤ ਹਾਰ ਦਾ ਮਸਲਾ ਨਹੀਂ। ਮਨਿੰਦਰ ਜੀ, ਅਸੀਂ ਅਟਲ ਜੀ ਦੀ ਵਿਚਾਰਧਾਰਾ ਵਾਲੇ ਬੰਦੇ ਹਾਂ। ਅਟਲ ਜੀ ਨੇ ਇੱਕ ਵਾਰ ਲੋਕ ਸਭਾ 'ਚ ਕਿਹਾ ਸੀ ਕਿ ਸਰਕਾरें ਆएंगी, ਸਰਕਾरें जाएंगी, राजनीतिक पार्टी बनेगी, राजनीतिक पार्टियां बनेंगी, राजनीतिक पार्टियां बिगड़ेंगी, पर ये देश जिंदा रहना चाहिए, इस देश की शान रहनी चाहिए। ਅੱਜ ਦੇਸ਼ ਦੀ ਸ਼ਾਨ ਲਈ ਇਹ ਗੱਲ ਦੀ ਲੋੜ ਹੈ। ਇਹ ਅੰਦੋਲਨ ਨੂੰ ਖਤਮ ਕੀਤਾ ਜਾਵੇ, ਅੰਦੋਲਨ ਨੂੰ, ਔਰ ਜਿਹੜੇ ਅੰਦੋਲਨ ਇਸ ਤਰੀਕੇ ਨਾਲ ਖਤਮ ਕੀਤਾ ਜਾਵੇ ਕਿ ਜਿਹੜੇ ਸਾਡੇ ਕਿਸਾਨ ਭਰਾ ਉਹ ਖੁਸ਼ੀ ਵਾਪਸ ਆਉਣ। ਮੋਦੀ, ਲਗਾਤਾਰ ਭਾਜਪਾ ਦੇ ਲੀਡਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਅੰਦੋਲਨ ਹੈ ਇਹਨਾਂ ਨੂੰ ਸਿਆਸੀ ਲੋਕ ਚਲਾ ਰਹੇ ਨੇ। ਕਿੰਨੀ ਕੁ ਤੁਹਾਨੂੰ ਇਸ 'ਚ ਸੱਚਾਈ ਲੱਗਦੀ ਹੈ ਕਿ ਵਾਕਈ ਜਿਹੜੇ ਸਿਆਸੀ ਲੋਕ ਨੇ ਉਹਨਾਂ ਪਿੱਛੇ, ਅੰਦੋਲਨ ਪਿੱਛੇ ਹੱਥ ਹੋ ਸਕਦਾ ਉਹਨਾਂ ਦਾ? ਦੇਖੋ ਜੀ, ਇਹ ਅੰਦੋਲਨ ਨਹੀਂ, ਕੋਈ ਵੀ ਅੰਦੋਲਨ ਚੱਲਦਾ ਹੈ, ਜਿਹੜੀ ਪੋਲੀਟੀਕਲ ਕੋਈ ਵੀ ਪਾਰਟੀ ਹੈ, ਦੇਖੋ ਰਾਜਨੀਤੀ ਕੀ ਹੁੰਦੀ। ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਸਰਕਾਰ ਦਾ ਵਿਰੋਧ ਕਰਨਾ ਹੁੰਦਾ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਾਡੇ ਵਿਰੋਧੀ ਹੈ ਉਹਨਾਂ ਨੂੰ ਉਹਦੀਆਂ ਕਮੀਆਂ ਸਮਝਾਉਣ 'ਚ ਕਾਮਯਾਬ ਹੋ ਗਏ। ਤੇ ਉਹਨਾਂ ਦਾ ਹੱਥ ਤਾਂ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਦੀ ਸਪੋਰਟ ਤਾਂ ਕਿਤੇ ਨਾ ਕਿਤੇ ਹੈ ਹੀ। ਪਰ ਹਜੇ ਤੱਕ ਜਿਹੜੀਆਂ ਉੱਥੇ ਜਥੇਬੰਦੀਆਂ ਪਿੱਛੋਂ ਬੈਕ, ਮਤਲਬ ਆਪਾਂ ਬਿਹਾਈਂਡ ਦੀ ਕਰਟਨ, ਬਹੁਤ ਪੋਲੀਟੀਕਲ ਪਾਰਟੀਆਂ ਕੰਮ ਕਰ ਰਹੀਆਂ ਹੋਣਗੀਆਂ, ਪਰ ਜਿਹੜੀਆਂ ਇਸ ਵੇਲੇ ਉੱਥੇ ਜਿਹੜਾ ਮੈਸੇਜ ਆਮ ਲੋਕਾਂ 'ਚ ਦੇਣ ਦੀ ਗੱਲ ਆਈ, ਉਹ ਕਿਸਾਨ ਜਥੇਬੰਦੀਆਂ ਦੇਣ 'ਚ ਕਾਮਯਾਬ ਹੋਈਆਂ ਕਿ ਸਾਡਾ ਪੋਲੀਟੀਕਲ ਪਾਰਟੀ ਨੂੰ ਅਸੀਂ ਕਿਸੇ ਨੂੰ ਉੱਥੇ ਹਾਵੀ ਨਹੀਂ ਹੋਣ ਦੇ। ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਕਮੇਟੀ ਦੇ ਹੁਣ ਪ੍ਰਧਾਨ ਬਣੇ ਨੇ ਪੰਜਾਬ ਦੇ। ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਕਾਨੂੰਨ ਰੱਦ ਕਰਨੇ ਪੈਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਆ ਗਿਆ। ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜੇ ਨਵਜੋਤ ਸਿੰਘ ਸਿੱਧੂ ਹੈ ਉਹ ਬਹੁਤ ਹੰਕਾਰੀ ਵਿਅਕਤੀ ਨੇ। ਉਹਨਾਂ ਨੇ ਅੱਜ ਤੱਕ ਜੋ ਵੀ ਰਾਜਨੀਤੀ 'ਚ ਲੈਤਾ
ਉਹਨਾਂ ਦੀ ਨੀਤੀ ਰਹੀ ਹੈ। ਉਹ ਬੀਜੇਪੀ 'ਚ ਵੀ ਰਹੇ ਨੇ, ਸਾਡੇ ਵੀ ਕਈ ਪੋਸਟਾਂ 'ਤੇ ਪਾਰਟੀ 'ਚ ਉਹ MP ਵੀ ਰਹੇ ਹੈ, ਉਹਨਾਂ ਦੀ ਵਾਈਫ MLA ਵੀ ਰਹੀ ਹੈ CP। ਉਹਨਾਂ ਦੀ ਸੰਤੁਸ਼ਟੀ ਨਹੀਂ ਹੋ ਸਕਦੀ। ਉਹਨਾਂ ਦੀ ਇੱਕ ਬਹੁਤ ਉਹਨਾਂ ਨੂੰ ਇੱਕ ਆਦਤ ਹੈ, ਉਹ ਆਪਦੀ ਕਮੀ ਪਾਰਟੀ 'ਤੇ ਪਾਉਂਦੇ ਨੇ। ਤੁਸੀਂ ਮੈਨੂੰ ਇੱਕ ਇਹ ਗੱਲ ਦੱਸੋ, 4.5 ਸਾਲ ਪਹਿਲਾਂ ਸਰਕਾਰ ਬਣੀ, ਬਿਲਕੁਲ 2.5 ਸਾਲ ਨਵਜੋਤ ਸਿੰਘ ਸਿੱਧੂ ਉਹਦੇ 'ਚ ਮੰਤਰੀ ਰਹੇ। ਬਿਲਕੁਲ ਜਿਹੜੇ ਮੁੱਦਿਆਂ ਦੀ ਉਹ ਗੱਲ ਕਰ ਰਹੇ ਹੈ, ਕਿਆ ਉਹਨਾਂ ਨੇ ਮੰਤਰੀ ਮੰਡਲ 'ਚ ਹੁੰਦੇ ਹੋਏ ਇੱਕ ਵਾਰ ਵੀ ਉਹ ਮੁੱਦਾ ਕੋਈ ਉਠਾਇਆ? ਬਿਲਕੁਲ ਮੁੱਦੇ ਕਦੋਂ ਉੱਠੇ? ਜਦੋਂ ਉਹਨਾਂ ਨੂੰ ਲੋਕਲ ਗਵਰਨਮੈਂਟ ਤੋਂ ਪਾਸੇ ਕਰਤਾ, ਬਿਲਕੁਲ ਉਦੋਂ ਉਹਨਾਂ ਦੇ ਮੁੱਦੇ ਯਾਦ ਆਏ। 2.5 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ। ਜੇ 2.5 ਸਾਲ 'ਚ ਉਹਨਾਂ ਨੇ ਆਪਦੇ ਦਫ਼ਤਰ 'ਚ ਵੀ ਕੁਝ ਨਹੀਂ ਕੀਤਾ, ਬਿਲਕੁਲ ਆਪਦੇ ਮਹਿਕਮੇ ਦੀ ਵੀ ਉਹਨਾਂ ਦਾ ਰਿਪੋਰਟ ਕਾਰਡ ਨਿਲ ਸੀ। ਬਿਲਕੁਲ ਔਰ ਗੱਲਾਂ ਤਾਂ ਕਰਨੀਆਂ, ਇਕੱਲੀਆਂ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ। ਬਿਲਕੁਲ ਜਿਹੜਾ ਉਹਨਾਂ ਦਾ ਹੰਕਾਰ ਹੈ ਨਾ ਵੀ ਮੈਂ, ਉਹ ਸਭ ਤੋਂ ਖਤਰਨਾਕ ਹੈ। ਜਿਹੜੀ ਰਾਜਨੀਤੀ ਆ ਹੰਕਾਰ ਨਾਲ ਨਹੀਂ ਚੱਲਦੀ, ਰਾਜਨੀਤੀ ਹੱਥ ਜੋੜ ਕੇ ਚੱਲਦੀ ਹੈ। ਮੋਦੀ, ਆਪਾਂ ਗੱਲ ਕਰੀਏ ਸਾਰੀ ਤਸਵੀਰ ਦੀ ਗੱਲ ਕਰੀਏ, ਕਿਸਾਨ ਅੰਦੋਲਨ ਦੀ ਗੱਲ ਕਰੀਏ, ਭਾਵੇਂ ਸਿਆਸਤ ਨਾਲ ਪ੍ਰੇਰਿਤ ਹੈ, ਤੁਹਾਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਹੁੰਦਾ ਹੈ, ਹਾਈ ਕਮਾਂਡ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਨੂੰ ਨੋਟਿਸ ਜਾਰੀ ਹੋਇਆ, ਮੈਂ ਨੋਟਿਸ ਦਾ ਜਵਾਬ ਦੇ ਦਿੱਤਾ ਸੀ, 2 ਦਿਨ 'ਚ ਹੀ ਦਿੱਤਾ ਸੀ। ਮੈਂ ਤਾਂ ਨੋਟਿਸ 'ਚ ਪਾਰਟੀ ਨੂੰ ਇਹੀ ਪੁੱਛਿਆ, ਕਿਉਂਕਿ ਜਿਹੜਾ ਮੈਨੂੰ ਨੋਟਿਸ ਜਾਰੀ ਹੋਇਆ ਸੀ ਉਹਦੇ 'ਚ ਕਿਤੇ ਨਹੀਂ ਲਿਖਿਆ ਵੀ ਮੈਂ ਕੀ ਅਨੁਸ਼ਾਸਨਹੀਨਤਾ ਕੀਤੀ ਹੈ। ਬਿਲਕੁਲ 2 ਲਾਈਨਾਂ ਦਾ ਨੋਟਿਸ ਸੀ ਵੀ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਕੇਂਦਰੀ, ਪਾਰਟੀ ਦੀ ਸਟੇਟ ਲੀਡਰਸ਼ਿਪ ਦੇ ਖਿਲਾਫ, ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਗੱਲ ਕਰ ਰਹੇ ਹੋ। ਬਿਲਕੁਲ ਔਰ ਮੈਨੂੰ ਇੱਕ ਵੀ ਸਟੇਟਮੈਂਟ ਮੇਰੀ, ਇੱਕ ਵੀ ਕਿਤੇ ਮੇਰਾ ਬਿਆਨ ਐਸਾ ਪਾਰਟੀ ਕੱਢ ਕੇ ਦੇ ਜਿਹਦੇ 'ਚ ਮੈਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਕਿਸੇ ਨੀਤੀ ਦੀ ਆਲੋਚਨਾ ਕੀਤੀ ਹੋਵੇ। ਮੈਂ ਗੱਲ ਕੀਤੀ ਹੈ, ਪੰਜਾਬ ਦੀ ਗੱਲ ਕੀਤੀ ਹੈ, ਪੰਜਾਬੀਆਂ ਦੀ ਗੱਲ ਕੀਤੀ ਹੈ, ਕਿਸਾਨਾਂ ਦੀ ਗੱਲ ਕੀਤੀ ਹੈ, ਪੰਜਾਬ ਦੇ ਆੜ੍ਹਤੀਏ ਦੀ ਗੱਲ ਕੀਤੀ ਹੈ, ਪੰਜਾਬ ਦੇ ਵਪਾਰੀ ਦੀ ਗੱਲ ਕੀਤੀ ਹੈ, ਪੰਜਾਬ ਦੇ ਮੈਂ ਮਜ਼ਦੂਰ ਦੀ ਗੱਲ ਕੀਤੀ ਹੈ। ਔਰ ਮੈਂ ਪੰਜਾਬ ਦੇ ਜਿਹੜੇ ਸਾਡੇ ਲੱਖਾਂ ਪਾਰਟੀ ਦੇ ਕਾਰਿਆਕਰਤਾ ਨੇ ਜੋ ਅੱਜ ਇਸ ਅੰਦੋਲਨ ਕਰਕੇ ਕੈਦੀ ਬਣੇ ਹੋਏ ਆਪਦੇ ਘਰੇ, ਬਿਲਕੁਲ ਮੈਂ ਉਹਨਾਂ ਦੀ ਗੱਲ ਕੀਤੀ ਹੈ। ਅਤੇ ਮੈਨੂੰ ਨਹੀਂ ਲੱਗਦਾ ਇਹ ਗੱਲਾਂ ਕਰਨੀਆਂ ਕੋਈ ਅਨੁਸ਼ਾਸਨਹੀਨਤਾ। ਜਦੋਂ ਅਸੀਂ ਚੁਣਾਵ 'ਚ ਜਾਂਦੇ ਹਾਂ, ਮੈਂ ਪਾਰਟੀ 'ਚ 29 ਸਾਲ ਤੋਂ ਹੈ, ਸਾਨੂੰ ਹਰ ਮੀਟਿੰਗ 'ਚ ਸਿਖਾਇਆ ਗਿਆ, ਪਾਰਟੀ ਨੇ ਕਿਹਾ ਵੀ ਆਪਾਂ ਲੋਕਾਂ ਦੀ ਲੜਾਈ ਲੜਨੀ ਹੈ, ਬੁਲੰਦ ਆਵਾਜ਼ 'ਚ ਲੋਕਾਂ ਦੀ ਲੜਾਈ ਲੜਨੀ ਹੈ। ਜਿੱਥੇ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਆਪਾਂ ਉਹ ਗੱਲ ਰੱਖਣੀ ਹੈ, ਚਾਹੇ ਉਹਦੇ ਲਈ ਆਪਾਂ ਨੂੰ ਕੋਈ ਨੁਕਸਾਨ ਝੱਲਣਾ ਪਵੇ। ਅਤੇ ਅਸੀਂ ਤਾਂ ਉਹੀ ਗੱਲ ਕਰ ਰਹੇ ਹਾਂ। ਇਹ ਅਨੁਸ਼ਾਸਨਹੀਨਤਾ ਕਿੱਥੇ ਹੋਈ? ਮੈਂ ਤਾਂ ਹੀ ਕਹਿਣਾ ਨਾ, ਇਹ ਸੈਂਟਰ ਦਾ ਕੁਝ ਨਹੀਂ, ਸਟੇਟ ਦੇ ਕੁਝ ਚੰਦ ਲੋਕਾਂ ਨੂੰ ਲੱਗਦਾ ਵੀ ਕਿਸ ਤਰੀਕੇ ਜਿਨ੍ਹਾਂ ਨੂੰ ਅਸੀਂ ਲੱਗਦੇ ਹਾਂ ਵੀ ਅਸੀਂ ਉਹਨਾਂ ਦੇ ਰਾਹ 'ਚ ਰੋੜੇ ਹਾਂ ਰਾਜਨੀਤੀ, ਉਹਨਾਂ ਨੂੰ ਲੱਗਦਾ ਵੀ ਅਸੀਂ ਇਹ ਰੋੜਿਆਂ ਨੂੰ ਕਿਵੇਂ ਜਲਦੀ ਤੋਂ ਜਲਦੀ ਪਾਸੇ ਕਰ ਦਈਏ, ਅਸੀਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਈਏ। ਇਹਦੇ ਨਤੀਜੇ ਭੁਗਤਣੇ ਪੈ ਸਕਦੇ ਨੇ ਪਾਰਟੀ ਨੂੰ। ਦੇਖੋ ਜੀ, ਜਿਹੜੀ ਪਾਰਟੀ ਹੁੰਦੀ ਹੈ, ਕੋਈ ਵੀ ਪਾਰਟੀ ਹੈ, ਮੈਂ ਜ਼ਿਲ੍ਹਾ ਪ੍ਰਧਾਨ ਵੀ ਰਿਹਾ, ਯੁਵਾ ਮੋਰਚੇ ਦਾ ਪ੍ਰਧਾਨ ਵੀ ਰਿਹਾ। ਅਸੀਂ ਜਦੋਂ ਚੁਣਾਵ 'ਚ ਜਾਂਦੇ ਹਾਂ, ਅਸੀਂ ਲੋਕਾਂ ਮੂਹਰੇ ਹੱਥ ਬੰਨ੍ਹਦੇ ਹਾਂ, ਹੱਥ ਜੋੜਦੇ ਹਾਂ, ਪੈਰੀ ਹੱਥ ਲਾਉਂਦੇ ਹਾਂ ਵੀ ਸਾਡੇ ਨਾਲ ਇੱਕ ਬੰਦਾ ਜੁੜੇ। ਉਸ ਤੋਂ ਪਹਿਲਾਂ ਪਿੱਛੋਂ ਵੀ ਜਿਹੜਾ BJP ਦਾ ਸਿਸਟਮ ਹੈ, ਅਸੀਂ ਪਹਿਲਾਂ ਪਿੱਛੋਂ ਵੀ ਜਦੋਂ ਵੀ ਸਾਨੂੰ ਕੋਈ ਪਤਾ ਲੱਗਦਾ ਯਾਰ ਵੀ ਇਹ ਬੰਦਾ ਵਿਅਕਤੀ ਹੈ, ਅੱਛੀ ਸੋਚ ਦਾ ਬੰਦਾ, ਇਹਨੂੰ ਆਪਾਂ ਪਾਰਟੀ 'ਚ ਲੈ ਕੇ ਆਈਏ। ਤੁਹਾਡੀਆਂ ਵੀ ਕਈ ਵਾਰ ਸੇਵਾਵਾਂ ਲੈਂਦੇ ਹਾਂ, ਤੁਹਾਡਾ ਦੋਸਤ ਹੈ, ਹੋਰ ਵੀ ਸਾਥੀਆਂ ਦੀਆਂ ਲੈਂਦੇ ਹਾਂ। ਅਤੇ ਪਾਰਟੀ 'ਚੋਂ ਜਦੋਂ ਕੋਈ ਪੁਰਾਣੇ ਬੰਦੇ ਜਾਂਦੇ ਆ, ਦੇਖੋ ਕੋਈ ਵੀ ਪਾਰਟੀ ਨੂੰ ਲੀਡਰ ਤਿਆਰ ਕਰਨ 'ਚ 10, 12, 15 ਸਾਲ ਲੱਗਦੇ ਆ। ਬਿਲਕੁਲ ਬਿਲਕੁਲ ਫਿਰ ਉਹਦੀ ਕ੍ਰੈਡੀਬਿਲਿਟੀ ਬਣਦੀ ਹੈ। ਬਿਲਕੁਲ ਪਾਰਟੀ ਨੇ ਜੋਸ਼ੀ ਸਾਹਿਬ ਨੂੰ 3 ਵਾਰ ਵਿਧਾਇਕ ਲੜਾਇਆ, 2 ਵਾਰ ਉਹ ਜ਼ਿਲ੍ਹਾ ਪ੍ਰਧਾਨ ਰਹੇ ਆ ਪਾਰਟੀ ਦੇ, 1 ਵਾਰ ਮੰਡਲ ਪ੍ਰਧਾਨ ਰਹੇ ਆ। ਔਰ ਐਸਾ ਜਿਹੜਾ ਜਦੋਂ ਬੰਦਾ ਤਿਆਰ ਹੁੰਦਾ ਹੈ ਤਪ ਕੇ ਭੱਠੀ 'ਚੋਂ, ਮੈਂ 29 ਸਾਲ 'ਚ ਪਾਰਟੀ ਨੇ ਕਦੇ ਵੀ ਮੈਨੂੰ ਬਗੈਰ ਜ਼ਿੰਮੇਵਾਰੀ ਨਹੀਂ ਰੱਖਿਆ। ਅੱਜ ਵੀ ਜਿਹੜੇ ਲੋਕ ਮੈਨੂੰ ਨੋਟਿਸ ਜਿਹੜੀ ਦਿਨ ਨੂੰ ਆਉਂਦਾ ਵੀ ਤੁਸੀਂ ਪਿਛਲੇ ਸਮੇਂ ਤੋਂ, ਮੈਨੂੰ ਤਾਂ 20 ਦਿਨ ਪਹਿਲਾਂ ਪਾਰਟੀ ਨੇ ਬਰਨਾਲਾ ਦਾ ਚੁਣਾਵ ਇੰਚਾਰਜ ਲਗਾਇਆ, ਬਿਲਕੁਲ ਵਿਧਾਨ ਸਭਾ ਦਾ। ਉਸ ਤੋਂ ਪਹਿਲਾਂ ਮੈਂ ਮਲੋਟ ਦਾ ਚੁਣਾਵ ਇੰਚਾਰਜ ਰਿਹਾ। ਜਿੱਥੇ ਵੀ ਮੇਰੀ ਡਿਊਟੀ ਲਾਈ ਹੈ, ਮੈਂ 29 ਸਾਲਾਂ 'ਚ 8 ਸਟੇਟਾਂ 'ਚ ਮੈਂ ਪਾਰਟੀ ਦੇ ਲਈ ਚੁਣਾਵ 'ਚ ਕੰਮ ਕੀਤਾ। ਅਤੇ ਅੱਜ ਉਹ ਬੰਦੇ, ਕੁਛ ਬੰਦੇ ਕਹਿ ਰਹੇ ਆ, ਉਹਨਾਂ ਨੂੰ ਆਪਣੀ ਸੋਚ ਲਈ ਅਤੇ ਦੁਬਾਰਾ ਸੋਚਣਾ ਚਾਹੀਦਾ ਜੋ ਕਿੰਨਾ ਲੋਕਾਂ ਲਈ ਕੀ ਗੱਲ ਕਹਿ ਰਹੇ। ਗੱਲ ਕਰੀਏ ਆਪਾਂ ਪੰਜਾਬ ਦੇ ਸਿਆਸੀ ਭਵਿੱਖ ਦੀ ਗੱਲ ਕਰੀਏ, ਭਾਜਪਾ ਦੀ, ਉਹਨੂੰ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜੀ, ਲੋਕਾਂ ਦੇ ਮਨ 'ਚ ਇੱਕ ਬਹੁਤ ਬੜੀ ਇੱਛਾ ਸੀ ਵੀ ਭਾਰਤੀ ਜਨਤਾ ਪਾਰਟੀ ਇਕੱਲੇ ਚੁਣਾਵ ਲੜੇ। ਬਿਲਕੁਲ। ਔਰ ਭਾਰਤੀ ਜਨਤਾ ਪਾਰਟੀ ਨਾਲ ਲੋਕ ਜੁੜਨਾ ਚਾਹੁੰਦੇ ਸੀ। ਪਰ ਤੁਸੀਂ ਇਹ ਸਾਡੀ ਮਿਸਮੈਨੇਜਮੈਂਟ ਲਗਾਓ, ਜੇ ਅਸੀਂ ਇਹ ਕਿਸਾਨੀ ਅੰਦੋਲਨ ਨੂੰ ਪੰਜਾਬ 'ਚ ਜਦੋਂ ਸੀ ਉਦੋਂ ਨਿਬੜ ਰਿਹਾ ਸੀ, ਜੇ ਅਸੀਂ ਉਦੋਂ ਸੈਂਟਰ ਨਾਲ ਬਾਰਗੇਨ ਕਰਕੇ ਨਿਬੇੜ ਲੈਂਦੇ, ਇਹਨੂੰ ਗੱਲ ਨੂੰ ਨਿਬੇੜ, ਕਿਸਾਨਾਂ ਨੂੰ ਨਾਲ ਲਿਜਾ ਕੇ ਗੱਲਬਾਤ ਕਰਕੇ ਇੱਕ ਦਬੰਗ ਆਵਾਜ਼ 'ਚ ਗੱਲ ਕਰਕੇ, ਬੁਲੰਦ ਆਵਾਜ਼ 'ਚ ਗੱਲ ਕਰਕੇ, ਸਿੱਟੇ ਨਾ ਭੁਗਤਣੇ ਪੈਂਦੇ,
ਇਹ ਸਿੱਟੇ ਨਹੀਂ ਸੀ ਭੁਗਤਣੇ ਪੈਂਦੇ ਔਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚੋਣੋਂ ਕੋਈ ਰੋਕ ਨਹੀਂ ਸੀ ਸਕਣਾ। ਬਿਲਕੁਲ। ਪਰ ਅੱਜ ਹਾਲਾਤ ਇਹ ਹੈ, ਮੈਂ ਜਿਹੜੀ ਤੁਹਾਨੂੰ ਗੱਲ ਕੀ, ਸਾਡੇ ਜਿਹੜੇ ਵਰਕਰ ਹੈ ਉਹ ਘਰਾਂ 'ਚ ਕੈਦ ਬੈਠੇ ਨੇ। ਬਿਲਕੁਲ। ਉਹ ਘਰਾਂ 'ਚ ਕੈਦ ਕਿਉਂ ਬੈਠੇ ਨੇ? ਉਹਨਾਂ ਨੂੰ ਇਹ ਲੱਗਦਾ ਯਾਰ ਮੈਂ ਘਰੋਂ ਜਾਊਂਗਾ, ਮੈਂ ਕਿਸੇ ਸਿਆਸੀ ਫੰਕਸ਼ਨ 'ਚ ਜਾਊਂਗਾ, ਮੈਂ ਕਿਸੇ ਸੋਸ਼ਲ ਫੰਕਸ਼ਨ 'ਚ ਜਾਊਂਗਾ, ਮੈਂ ਕਿਸੇ ਦੇ ਪ੍ਰਾਈਵੇਟ ਫੰਕਸ਼ਨ 'ਚ ਜਾਊਂਗਾ, ਤਾਂ ਯਾਰ ਮੇਰੇ ਕੋਈ ਵਿਰੋਧ ਕਰਨ ਵਾਲੇ ਕੌਣ? ਸਾਡੇ ਹੀ ਭਰਾ ਨੇ ਨਾ। ਬਿਲਕੁਲ ਬਿਲਕੁਲ। ਮੈਂ ਬਹੁਤ ਲੋਕਾਂ ਨੂੰ ਜਾਣਦਾ, ਸਾਡੇ ਜ਼ਿਲ੍ਹਿਆਂ 'ਚੋਂ ਬਹੁਤ ਲੋਕ ਜਿਹੜੇ ਸਾਡੀ ਪਾਰਟੀ ਨਾਲ ਜੁੜੇ ਹੋਏ ਸੀ, ਉਹ ਪਿਛਲੇ 8-9 ਮਹੀਨਿਆਂ ਛੱਡ ਕੇ ਕਿਸਾਨੀ ਅੰਦੋਲਨ 'ਚ ਬੈਠੇ। ਬਿਲਕੁਲ। ਆੜਤੀਆ ਵਰਗ ਸਾਡੀ ਪਾਰਟੀ ਨਾਲ ਬਹੁਤ ਲੰਬੇ ਸਮੇਂ, ਜਦੋਂ ਤੋਂ ਪਾਰਟੀ ਬਣੀ ਉਦੋਂ ਤੋਂ ਜੁੜਿਆ ਵਾ ਸੀ, ਉਹ ਸਾਡੇ ਨਾਲ ਨਾਰਾਜ਼ ਹੈ। ਬਿਲਕੁਲ। ਉਹ ਸਾਰੀਆਂ ਚੀਜ਼ਾਂ ਨੂੰ ਸੈੱਟ ਦੇਖੋ, ਜਦੋਂ ਤੁਹਾਡਾ ਆਪਦਾ ਪਰਿਵਾਰ ਦਾ ਕੋਈ ਮੈਂਬਰ ਨਾਰਾਜ਼ ਹੁੰਦਾ ਨਾ, ਉਹ ਤੁਹਾਨੂੰ ਜ਼ਿਆਦਾ ਖਤਰਨਾਕ ਹੁੰਦਾ। ਬਿਲਕੁਲ। ਇਸ ਲਈ ਇਸ ਅੰਦੋਲਨ ਨੂੰ ਸਭ ਤੋਂ ਪਹਿਲਾਂ ਸਰਕਾਰ ਬਣੇ, ਸਿਆਸੀ ਭਵਿੱਖ ਕੁਛ ਵੀ ਹੋਵੇ, ਪੰਜਾਬ ਦੇ ਭਵਿੱਖ ਲਈ ਅੰਦੋਲਨ ਖਤਮ ਹੋਣਾ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਸਰ ਸਮਾਂ ਦੇਣ ਦੇ ਲਈ। ਧੰਨਵਾਦ ਜੀ।